हाँ जी स्टूडेंट्स वेलकम कर दें तुहाडा टूर स्टडी क्लास यूट्यूब चैनल ਦੇ ਵਿੱਚ इस वीडियो ਦੇ ਵਿੱਚ स्टूडेंट्स ਆਪਾਂ ਜਿਹੜੇ कि 12th क्लास स्टूडेंट्स ਦੇ ਲਈ ਕੰਪਿਊਟਰ ਸਾਇੰਸ ਦੇ ਜਿਹੜੇ ਕਿ 6 ਮਾਰਕਸ ਵਾਲੇ ਜਿਹੜੇ ਕਿ ਕੁਐਸਚਨ ਆਨਸਰ ਲੈ ਕੇ ਆਏ ਆ। ਇਹ ਹੈ ਇੰਗਲਿਸ਼ ਮੀਡੀਅਮ 'ਚ ਪੰਜਾਬੀ ਮੀਡੀਅਮ 'ਚ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਆ। 6 ਅੰਕਾਂ ਵਾਲੇ ਵੀ 4 ਅੰਕਾਂ ਵਾਲੇ ਵੀ ਤੇ 1 ਲਾਈਨਰ ਕੁਐਸਚਨ ਆਨਸਰ ਵੀ 1 ਮਾਰਕਸ ਵਾਲੇ ਵੀ। ਤੇ ਹੁਣ ਆਪਾਂ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਕਿ ਤੁਹਾਡੇ ਵੈਰੀ ਸ਼ਾਰਟ ਕੁਐਸਚਨ ਨੇ ਆਬਜੈਕਟਿਵ ਟਾਈਪ ਆਲ ਚੈਪਟਰਸ ਦੇ MCQs ਟਰੂ ਫਾਲਸ ਫਿਲਿੰਗ ਦਾ ਬਲੈਂਕਸ ਟੋਟਲ ਹੀ ਚੀਜ਼ ਅਪਲੋਡ ਕੀਤੀ ਹੋਈ ਹੈ ਇੰਗਲਿਸ਼ ਮੀਡੀਅਮ ਦੇ ਵਿੱਚ। ਇਸ ਵੀਡੀਓ ਦੇ ਵਿੱਚ ਹੁਣ ਆਪਾਂ ਜਿਹੜੇ ਕਿ 6 ਅੰਕਾਂ ਵਾਲੇ 6 ਮਾਰਕਸ ਵਾਲੇ ਕੁਐਸਚਨ ਕਰਾਂਗੇ ਜਿਹੜੇ ਕਿ 2 ਚੈਪਟਰਾਂ 'ਚ ਆਉਣੇ ਨੇ, 3rd ਚੈਪਟਰ ਐਂਡ 7th ਚੈਪਟਰ 'ਚ ਆਉਣੇ ਨੇ। ਠੀਕ ਹੈ, ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਫਸਟ ਕੁਐਸਚਨ ਹੈ ਵਟ ਇਜ਼ ਅ ਨੈਟਵਰਕ। ਨੈਟਵਰਕ ਕੀ ਹੈ? ਆਨਸਰ ਹੈ ਨੈਟਵਰਕਸ ਆਰ ਦਾ ਬੇਸ ਆਫ ਕਮਿਊਨੀਕੇਸ਼ਨ ਇਨ ਇਨਫੋਰਮੇਸ਼ਨ ਟੈਕਨੋਲੋਜੀ। ठीक है, कंप्यूटर नेटवर्क इज a set of 2 or more computer which are connected with each other using some communication media। कुछ communication media ਦੇ ਰਾਹੀਂ ਜਿਹੜੇ ਕਿ 2 ਜਾਂ 2 ਤੋਂ ਵੱਧ ਜਦੋਂ ਕੰਪਿਊਟਰ ਆਪਸ ਜੁੜੇ ਹੁੰਦੇ ਨੇ ਦੋਨੋਂ ਆਪਾਂ ਨੈਟਵਰਕ ਬੋਲਾਂਗੇ। this communication media can be either guided or unguided। guided or unguided ਹੋ ਸਕਦਾ। computer network are used to share information for communication or to perform some other task। ठीक है, ਇਨਫੋਰਮੇਸ਼ਨ ਭੇਜਣ ਦੇ ਲਈ, ਸ਼ੇਅਰ ਕਰਨ ਦੇ ਲਈ ਅਤੇ ਇਸ ਤੋਂ ਇਲਾਵਾ ਹੋਰ ਕੋਈ ਆਪਾਂ ਕੋਈ ਵੀ ਟਾਸਕ ਕਰਨਾ ਤਾਂ ਉਹਦੇ ਲਈ ਜਿਹੜੇ ਕਿ ਨੈਟਵਰਕ ਆਪਣੇ ਯੂਜ਼ ਕਰਦੇ ਆ। ਅੱਗੇ ਹੈਗਾ ਹਾਂਜੀ ਇਹ ਤਾਂ ਵੈਸੇ ਸੀ ਤੁਹਾਨੂੰ ਇਹ ਕੁਐਸਚਨ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਵਟ ਆਰ ਨੈਟਵਰਕ ਡਿਵਾਈਸ। ਨੈਟਵਰਕ ਡਿਵਾਈਸ ਕੀ ਹੁੰਦੇ ਨੇ? ਡਿਸਕ੍ਰਾਈਬ ਐਨੀ 3 ਕਿਸੇ 3 ਬਾਰੇ ਦੱਸਣਾ। ਹਾਂਜੀ, ਨੈਟਵਰਕ ਡਿਵਾਈਸ ਰੈਫਰ ਟੂ ਦਾ ਹਾਰਡਵੇਅਰ ਡਿਵਾਈਸ। ਕਹਿੰਦਾ ਨੈਟਵਰਕ ਡਿਵਾਈਸ ਕਿਹਨੂੰ ਰੈਫਰ ਕਰਦੇ ਨੇ? ਹਾਰਡਵੇਅਰ ਡਿਵਾਈਸ ਨੂੰ ਰੈਫਰ ਕਰਦੇ ਨੇ। ਦੇ ਆਰ ਯੂਜ਼ ਟੂ ਬਿਲਡ ਅ ਨੈਟਵਰਕ, ਜਿਹੜੇ ਕਿ ਨੈਟਵਰਕ ਬਣਾਉਣ ਦੇ ਲਈ ਆਪਾਂ ਵਰਤਦੇ ਹਾਂ। ਡਿਫਰੈਂਟ ਟਾਈਪਸ ਆਫ ਨੈਟਵਰਕ ਡਿਵਾਈਸ ਆਰ ਯੂਜ਼ਡ ਫੋਰ ਡਿਫਰੈਂਟ ਟਾਈਪਸ ਆਫ ਨੈਟਵਰਕ। ਕਹਿੰਦਾ ਅਲੱਗ-ਅਲੱਗ ਤਰੀਕੇ ਦੇ ਜਿਹੜੇ ਕਿ ਨੈਟਵਰਕ ਡਿਵਾਈਸ ਯੂਜ਼ ਹੁੰਦੇ ਨੇ ਅਲੱਗ-ਅਲੱਗ ਨੈਟਵਰਕ ਬਣਾਉਣ ਦੇ ਲਈ। ਸੱਚ ਐਜ਼ ਸਵਿਚਸ ਹਬਸ, ਰਾਊਟਰ, ਬ੍ਰਿਜ, ਗੇਟਵੇ, ਬਰਾਊਟਰ, ਇਹ ਸਾਰੇ ਯੂਜ਼ ਹੁੰਦੇ ਨੇ। ਤੇ ਇਹਨਾਂ 'ਚੋਂ ਕਿਸੇ 3 ਬਾਰੇ ਆਪਾਂ ਨੇ ਡਿਸਕ੍ਰਾਈਬ ਕਰਨਾ। ਠੀਕ ਹੈ, ਹਾਂਜੀ ਫਸਟ ਹੈ ਆਪਣੇ ਦੇ ਵਿੱਚੋਂ ਸਵਿਚ। ਦਾ ਡਿਵਾਈਸ ਕਨੈਕਟਸ ਦਾ ਵੇਰੀਅਸ ਡਿਵਾਈਸ ਇਨ ਤਾਂ ਸਵਿਚ ਕੀ ਆ? ਦਿਸ ਡਿਵਾਈਸ ਕਨੈਕਟਸ ਦਾ ਵੇਰੀਅਸ ਡਿਵਾਈਸ। ਇਹ ਜਿਹੜੇ ਕਿ ਡਿਵਾਈਸ ਆ ਅਲੱਗ-ਅਲੱਗ ਜਿਹੜੇ ਡਿਵਾਈਸ ਨੇ ਉਹਨਾਂ ਨੂੰ ਜਿਹੜੇ ਕਿ ਕਨੈਕਟ ਕਰਦਾ। ਠੀਕ ਹੈ, ਨੈਟਵਰਕ ਸੱਚ ਐਜ਼ ਕੰਪਿਊਟਰ, ਪ੍ਰਿੰਟਰਸ, ਰਾਊਟਰਸ ਐਂਡ ਅਦਰ ਸਵਿਚਸ ਸੋ ਡੈਟ ਦੀਜ਼ ਡਿਵਾਈਸ ਕੈਨ ਕਮਿਊਨੀਕੇਟ ਵਿਦ ਈਚ ਅਦਰ। ਜਿਸ ਕਰਕੇ ਫਿਰ ਜਿਹੜੇ ਕਿ 2 ਕਮਿਊਨੀਕੇਟ ਨਾਲ ਕੋਈ ਵੀ ਕਮਿਊਨੀਕੇਟ ਇੱਕ ਦੂਜੇ ਦੇ ਡਿਵਾਈਸ ਹਨ ਜਿਹੜੇ ਕਿ ਕਮਿਊਨੀਕੇਟ ਕਰ ਸਕਦੇ ਨੇ ਈਚ ਅਦਰ ਨਾਲ। ਅੱਗੇ ਹੈ ਰਾਊਟਰ। ਦਿਸ ਡਿਵਾਈਸ ਇਜ਼ ਯੂਜ਼ ਟੂ ਕਨੈਕਟ ਅਵਰ ਨੈਟਵਰਕ ਟੂ ਦਾ ਇੰਟਰਨੈਟ। ਕਹਿੰਦਾ ਇੰਟਰਨੈਟ ਦੇ ਨਾਲ ਆਪਾਂ ਨੈਟਵਰਕ ਕਨੈਕਟ ਕਰਨ ਦੇ ਲਈ ਜਿਹੜੀ ਕਿ ਇਸ ਡਿਵਾਈਸ ਨੂੰ ਯੂਜ਼ ਕਰਦੇ ਹਾਂ। ਇਟ ਇਜ਼ ਅ ਸਵਿਚ। ਕਹਿੰਦਾ ਇਹ ਸਵਿਚ ਦੀ ਤਰ੍ਹਾਂ ਲਾਈਕ ਅ ਡਿਵਾਈਸ ਡੈਟ ਸੈਂਡਸ ਡਾਟਾ ਪੈਕਟਸ ਟੂ ਦਾ ਨੈਟਵਰਕ। ਕਹਿੰਦਾ ਇਹ ਡਾਟਾ ਪੈਕਟਸ ਨੂੰ ਜਿਹੜੇ ਕਿ ਨੈਟਵਰਕ ਸੈਂਡ ਕਰਦਾ ਟੂ ਦਾ ਬੇਸਡ ਔਨ ਇਟਸ IP ਐਡਰੈਸ ਤੇ IP ਐਡਰੈਸ ਦੇ ਅਕੋਰਡਿੰਗ। ਤੇ ਅੱਗੇ ਹੈਗਾ ਬ੍ਰਿਜ। ਦਿਸ ਡਿਵਾਈਸ ਇਜ਼ ਯੂਜ਼ ਟੂ ਕਨੈਕਟ 2 ਡਿਫਰੈਂਟ ਇਥਰਨੈਟ। ਕਹਿੰਦਾ ਇਹ ਡਿਵਾਈਸ 2 ਅਲੱਗ-ਅਲੱਗ ਇਥਰਨੈਟ ਨੇ ਜਿਹੜੇ ਉਹਨਾਂ ਨੂੰ ਨੈਟਵਰਕਸ ਨੂੰ ਉਹਨਾਂ ਨੂੰ ਜਿਹੜੇ ਕਿ ਜੋੜਦਾ। ਇਟ ਯੂਜ਼ ਦਾ MAC ਐਡਰੈਸ ਟੂ ਫਾਰਵਰਡ ਡਾਟਾ ਪੈਕਟਸ ਟੂ ਦਾ ਨੈਟਵਰਕ। ਦਿਸ ਡਿਵਾਈਸ ਹੈਜ਼ ਓਨਲੀ 1 ਇਨਪੁਟ ਪਾਰਟ ਔਰ ਓਨਲੀ 1 ਆਊਟਪੁੱਟ ਪਾਰਟ। ਕਹਿੰਦਾ ਇਸ ਦੇ ਇੱਕ ਇਨਪੁਟ ਪਾਰਟ ਹੁੰਦਾ, ਇੱਕ ਆਊਟਪੁੱਟ ਪਾਰਟ ਹੁੰਦਾ। ਡੈਟ ਇਜ਼ ਵੇ ਇਟ ਇਜ਼ ਆਲਸੋ ਕਾਲਡ 2 ਪੋਰਟ ਡਿਵਾਈਸ। ਜਿਸ ਕਰਕੇ ਇਹਨੂੰ ਕਹਿੰਦਾ 2 ਪੋਰਟ ਡਿਵਾਈਸ ਕਹਿੰਦੇ ਨੇ ਬ੍ਰਿਜ ਨੂੰ। ਹਾਂਜੀ, ਅੱਗੇ ਹੈ ਵਟ ਇਜ਼ ਗਾਈਡਡ ਮੀਡੀਆ। ਐਕਸਪਲੇਨ ਐਨੀ 2 ਮੀਡੀਆ। ਅਨਗਾਈਡਡ ਮੀਡੀਆ ਇਜ਼ ਅ ਟਾਈਪ ਆਫ ਟਰਾਂਸਮਿਸ਼ਨ ਮੀਡੀਆ। ਕਹਿੰਦਾ ਅਨਗਾਈਡਡ ਮੀਡੀਆ ਜਿਹੜੇ ਕਿ ਇੱਕ ਤਰੀਕੇ ਦਾ ਟਰਾਂਸਮਿਸ਼ਨ ਮੀਡੀਆ। ਯੂਜ਼ਿੰਗ ਦਿਸ ਮੀਡੀਆ ਕਹਿੰਦਾ ਇਸ ਮੀਡੀਆ ਨੂੰ ਯੂਜ਼ ਕਰਨ 'ਤੇ ਡਾਟਾ ਇਜ਼ ਟਰਾਂਸਫਰਡ। ਡਾਟਾ ਟਰਾਂਸਫਰ ਹੁੰਦਾ ਥਰੂ ਏਅਰ ਦੇ ਰਾਹੀਂ ਵਿਦਾਊਟ ਯੂਜ਼ਿੰਗ ਕੇਬਲ ਵਾਇਰਸ। ਕਹਿੰਦਾ ਜਿਹੜਾ ਅਨਗਾਈਡਡ ਮੀਡੀਆ ਇਹਦੇ ਵਿੱਚ ਜਿਹੜਾ ਆਪਾਂ ਨੈਟਵਰਕ ਜਿਹੜਾ ਆਪਾਂ ਡਾਟਾ ਕਨੈਕਟ ਕਰਦੇ ਹਾਂ ਇਹਦੇ ਵਿੱਚ ਕਿਸੇ ਵਾਇਰ ਦੀ ਜ਼ਰੂਰਤ ਨਹੀਂ ਪੈਂਦੀ ਬਲਕਿ ਜਿਹੜੇ ਕਿ ਸਿਗਨਲ ਦੇ ਰਾਹੀਂ ਹੁੰਦਾ ਥਰੂ ਏਅਰ। ਠੀਕ ਹੈ, ਏਅਰ ਦੇ ਵਿੱਚੋਂ ਸਿਗਨਲ ਹੁੰਦੇ ਨੇ ਪਾਸ, ਕੋਈ ਵਾਇਰ ਨਹੀਂ ਯੂਜ਼ ਹੁੰਦੀਆਂ, ਕੋਈ ਵੀ ਕੇਬਲ ਵਾਇਰ ਨਹੀਂ ਯੂਜ਼ ਹੁੰਦੀਆਂ, ਉਹਨੂੰ ਆਪਾਂ ਕਹਿੰਦੇ ਅਨਗਾਈਡਡ ਮੀਡੀਆ। ਦਿਸ ਟਾਈਪ ਆਫ ਕਮਿਊਨੀਕੇਸ਼ਨ ਇਜ਼ ਆਫਨ ਰੈਫਰ ਟੂ ਐਜ਼ ਵਾਇਰਲੈਸ ਕਮਿਊਨੀਕੇਸ਼ਨ। ਕਹਿੰਦਾ ਇਸ ਨੂੰ ਆਪਾਂ ਕੀ ਕਹਾਂਗੇ? ਵਾਇਰਲੈਸ ਕਮਿਊਨੀਕੇਸ਼ਨ ਕਹਾਂਗੇ। ਇਨ ਦਿਸ ਮੀਡੀਆ ਡਾਟਾ ਟਰਾਂਸਫਰ ਕੈਨ ਟੇਕ ਪਲੇਸ ਇਨ ਐਨੀ ਡਾਇਰੈਕਸ਼ਨ ਇੰਸਟੈਡ ਆਫ ਫਿਕਸਡ ਪਾਥ। ਬਲੂਟੂਥ, ਵਾਈਫਾਈ ਇਹਦੇ ਐਗਜ਼ਾਮਪਲਸ ਨੇ। ਕਹਿੰਦਾ ਇਹਦੇ ਵਿੱਚ ਵੀ ਕਿਸੇ ਵੀ ਡਾਇਰੈਕਸ਼ਨ 'ਚ ਹੋ ਸਕਦਾ। ਠੀਕ ਹੈ, ਇੱਕ ਫਿਕਸਡ ਰਸਤਾ ਨਹੀਂ ਹੈ, ਕੋਈ ਫਿਕਸਡ ਪਾਥ ਨਹੀਂ ਹੈ। ਜਿਵੇਂ ਬਲੂਟੂਥ ਹੋ ਗਿਆ, ਵਾਈਫਾਈ ਹੋ ਗਿਆ, ਰੇਡੀਓ ਵੇਵਸ ਹੋ ਗਿਆ, ਸੈਟੇਲਾਈਟ ਐਕਸੈਟਰਾ ਆਰ ਦਾ ਐਗਜ਼ਾਮਪਲ ਆਫ ਅਨਗਾਈਡਡ ਮੀਡੀਆ। ਤੇ ਹਾਂਜੀ, ਅੱਗੇ ਹੈ ਵਾਈਫਾਈ। ਫੁੱਲ ਫਾਰਮ ਆਫ ਵਾਈਫਾਈ ਵਾਇਰਲੈਸ ਫਾਈਡੈਲਿਟੀ। ਇਹਦਾ ਅਰਥ ਹੈ
ਇਟ ਇਜ਼ ਪੋਪੂਲਰ ਵਾਇਰਲੈਸ ਨੈਟਵਰਕ ਟੈਕਨੋਲੋਜੀ, ਇਹ ਪੋਪੂਲਰ ਵਾਇਰਲੈਸ ਨੈਟਵਰਕ ਟੈਕਨੋਲੋਜੀ ਦੇ ਵਿੱਚ ਯੂਜ਼ਿੰਗ ਦਿਸ ਟੈਕਨੋਲੋਜੀ, ਇਸ ਟੈਕਨੋਲੋਜੀ ਨੂੰ ਯੂਜ਼ ਕਰਕੇ ਵੀ ਕੈਨ ਐਕਸਚੇਂਜ ਵਾਇਰਲੈਸ ਇਨਫੋਰਮੇਸ਼ਨ, ਅਸੀਂ ਜਿਹੜੇ ਵਾਇਰਲੈਸ ਇਨਫੋਰਮੇਸ਼ਨ ਆ ਉਹਨੂੰ ਐਕਸਚੇਂਜ ਕਰ ਸਕਦੇ ਹਾਂ ਬਿਟਵੀਨ 2 ਔਰ ਮੋਰ ਡਿਵਾਈਸ, 2 ਔਰ 2 ਤੋਂ ਵੱਧ ਡਿਵਾਈਸ ਦੇ ਵਿੱਚ ਕਨੈਕਟਡ ਟੂ ਨਾ ਸੇਮ ਨੈਟਵਰਕ, ਇੱਕ ਨੈਟਵਰਕ ਦੇ ਨਾਲ ਕਨੈਕਟ ਕਰਕੇ। ਅੱਗੇ ਆ ਬਲੂਟੁੱਥ, ਇਟ ਇਜ਼ ਅ ਕਾइंड ऑफ ਰੇਡੀਓ ਕਮਿਊਨੀਕੇਸ਼ਨ ਨੈਟ ਟੈਕਨੋਲੋਜੀ, ਕਹਿੰਦਾ ਇਹ ਰੇਡੀਓ ਕਮਿਊਨੀਕੇਸ਼ਨ ਟੈਕਨੋਲੋਜੀ ਦੀ ਇੱਕ ਕਿਸਮ ਆ। ਇਟ ਐਨੇਬਲਸ ਸ਼ਾਰਟ ਡਿਸਟੈਂਸ ਵਾਇਰਲੈਸ ਨੈਟਵਰਕ ਬਿਟਵੀਨ ਫੋਨਸ, ਕੰਪਿਊਟਰਸ ਐਂਡ ਅਦਰ ਨੈਟਵਰਕਿੰਗ ਡਿਵਾਈਸ, ਕਹਿੰਦਾ ਇਹ ਜਿਹੜੇ ਕਿ ਸ਼ਾਰਟ ਡਿਸਟੈਂਸ ਦੇ ਵਿੱਚ ਯੂਜ਼ ਹੁੰਦਾ ਫੋਨਸ ਦੇ ਵਿੱਚ, ਕੰਪਿਊਟਰ ਦੇ ਵਿੱਚ ਅਤੇ ਨੈਟਵਰਕ ਡਿਵਾਈਸ ਜਿਹੜੇ ਵੀ ਹੁੰਦੇ ਨੇ। ਦ ਪ੍ਰੋਸੈਸ ਯੂਜ਼ ਟੂ ਕਨੈਕਟ ਟੂ ਬਲੂਟੁੱਥ ਡਿਵਾਈਸ ਇਜ਼ ਕਾਲਡ ਏ ਪੇਅਰਿੰਗ, ਕਹਿੰਦਾ ਜਦੋਂ ਦੋ ਬਲੂਟੁੱਥ ਜੁੜਦੇ ਨੇ ਆਪਸ 'ਚ ਉਹਨਾਂ ਨੂੰ ਬੋਲਦੇ ਆ ਪੇਅਰਿੰਗ। ਹਾਂਜੀ, ਅੱਗੇ ਹੈਗਾ ਅੱਗੇ ਕੁਐਸਚਨ ਆ ਵਟ ਇਜ਼ ਅ ਟਵਿਸਟਡ ਪੇਅਰ ਕੇਬਲ, ਟਵਿਸਟਡ ਪੇਅਰ ਕੇਬਲ ਕੀ ਆ, ਡਿਫਾਈਨ ਇਟਸ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ, ਐਡਵਾਂਟੇਜਸ ਔਰ ਡਿਸਐਡਵਾਂਟੇਜਸ ਦੱਸਣੇ ਨੇ ਇਹਦੀਆਂ। ਹਾਂਜੀ, ਟਵਿਸਟਡ ਪੇਅਰ ਕੇਬਲ ਇਜ਼ ਅ ਗਾਈਡਡ ਟਰਾਂਸਮਿਸ਼ਨ ਮੀਡੀਆ, ਕਹਿੰਦਾ ਟਵਿਸਟਡ ਪੇਅਰ ਕੇਬਲ ਕੀ ਆ, ਇੱਕ ਜਿਹੜੇ ਕਿ ਗਾਈਡਡ ਟਰਾਂਸਮਿਸ਼ਨ ਮੀਡੀਆ ਇਹ। ਇਟ ਇਜ਼ ਯੂਜ਼ ਟੂ ਟਰਾਂਸਮਿਟ ਡਾਟਾ ਅਕਰੋਸ ਅ ਨੈਟਵਰਕ। ਦਿਸ ਕੇਬਲ ਕੰਸਿਸਟ ਆਫ 2 ਡਿਫਰੈਂਟ ਇਨਸੂਲੇਟਡ ਕਾਪਰ ਵਾਇਰ, ਕਹਿੰਦਾ ਇਸ ਦੇ ਵਿੱਚ 2 ਇਨਸੂਲੇਟਡ ਕਾਪਰ ਵਾਇਰ ਦੇ ਜੁੜੇ ਹੋਏ ਹੁੰਦੇ ਨੇ ਆਪਸ 'ਚ ਕਾਪਰ ਵਾਇਰ, ਵਿਚ ਆਰ ਟਵਿਸਟਡ ਟੂਗੈਦਰ, ਜਿਹੜੇ ਆਪਸ 'ਚ ਜੁੜੇ ਹੋਏ ਹੁੰਦੀਆਂ ਨੇ। ਦ ਫਸਟ ਵਾਇਰ, ਇਹਦੇ ਵਿੱਚ ਇੱਕ ਪਹਿਲੀ ਵਾਇਰ ਕਾਹਦਾ ਕੰਮ ਕਰਦੀ ਹੈ, ਯੂਜ਼ਡ ਫੋਰ ਦਾ ਡਾਟਾ ਟਰਾਂਸਫਰ, ਜਿਹੜੀ ਡਾਟਾ ਟਰਾਂਸਫਰ ਕਰਦੀ ਹੈ। ਐਂਡ ਦਾ ਸੈਕਿੰਡ ਵਾਇਰ ਯੂਜ਼ਡ ਫੋਰ ਗਰਾਊਂਡਿੰਗ, ਅਤੇ ਸੈਕਿੰਡ ਹੈ ਜਿਹੜੀ ਕਿ ਗਰਾਊਂਡਿੰਗ ਲਈ ਯੂਜ਼ ਹੁੰਦੀ ਹੈ। ਦ ਵਾਇਰਸ ਆਰ ਟਵਿਸਟਡ ਟੂਗੈਦਰ, ਦ ਵਾਇਰ ਜਿਹੜੇ ਕਿ ਇਕੱਠਿਆਂ ਜੋੜਦੇ ਹਨ ਟੂ ਰਿਡਿਊਸ ਕ੍ਰੋਸਟਾਕ ਨੂੰ ਤੋੜਨ, ਮਤਲਬ ਕਿ ਰਿਡਿਊਸ ਕਰਦੇ ਨੇ ਕ੍ਰੋਸਟਾਕ ਨੂੰ, ਤਾਂ ਕਰਕੇ ਜਿਹੜੇ ਵਾਇਰਸ ਜੁੜੇ ਜਾਂਦੇ ਨੇ 2। ਹਾਂਜੀ, ਐਡਵਾਂਟੇਜਸ ਕੀ ਨੇ ਇਹਦੇ ਟਵਿਸਟਡ ਪੇਅਰ ਦੇ। ਥੀਸ ਕੇਬਲਸ ਕੈਨ ਬੀ ਯੂਜ਼ਡ ਫੋਰ ਦਾ ਐਨਾਲੌਗ ਐਂਡ ਡਿਜੀਟਲ ਬਰੋਡਕਾਸਟਿੰਗ, ਕਹਿੰਦਾ ਐਨਾਲੌਗ ਅਤੇ ਬਰੋਡਕਾਸਟਿੰਗ ਦੇ ਲਈ, ਡਿਜੀਟਲ ਬਰੋਡਕਾਸਟਿੰਗ ਦੇ ਲਈ ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਥੀਸ ਕੇਬਲਸ ਆਰ ਚੀਪ ਫੋਰ ਸ਼ਾਰਟ ਡਿਸਟੈਂਸ, ਅਤੇ ਛੋਟੇ ਡਿਸਟੈਂਸ ਦੇ ਲਈ ਬਹੁਤ ਸਸਤੀਆਂ ਪੈਂਦੀਆਂ ਨੇ, ਇਹ ਵੀ ਇਹਨਾਂ ਦੀ ਐਡਵਾਂਟੇਜ ਹੋ ਗਈ। ਅਤੇ ਇਫ ਐਨੀ ਪਾਰਟ ਆਫ ਦਾ ਨੈਟਵਰਕ, ਕਹਿੰਦਾ ਜੇ ਕਿਸੇ ਵੀ ਨੈਟਵਰਕ ਦਾ ਕੋਈ ਪਾਰਟ ਆ ਡੈਮੇਜ ਹੁੰਦਾ, ਦਾ ਇੰਟਾਇਰ ਨੈਟਵਰਕ ਇਜ਼ ਨੋਟ ਡਾਊਨ, ਤਾਂ ਸਾਰਾ ਨੈਟਵਰਕ ਆ ਜਿਹੜੀ ਕਿ ਡਾਊਨ ਨਹੀਂ ਹੁੰਦਾ। ਅਤੇ ਡਿਸਐਡਵਾਂਟੇਜ ਆਫ ਟਵਿਸਟਡ ਪੇਅਰ ਦੀਆਂ, ਦ ਸਿਗਨਲ ਕੈਨ ਨਾਟ ਬੀ ਟਰੈਵਲਡ ਓਵਰ ਦਾ ਲੌਂਗ ਡਿਸਟੈਂਸ ਵਿਦਾਊਟ ਦਾ ਯੂਜ਼ ਆਫ ਰਿਪੀਟਰ, ਤਾਂ ਵਿਦਾਊਟ ਰਿਪੀਟਰਾਂ ਨੂੰ ਯੂਜ਼ ਕੀਤੇ ਬਿਨਾਂ ਜਿਹੜੇ ਕਿ ਇਹਦਾ ਲੌਂਗ ਡਿਸਟੈਂਸ ਟਰੈਵਲ ਨਹੀਂ ਕਰ ਸਕਦਾ ਇਹ, ਠੀਕ ਹੈ, ਟਵਿਸਟਡ ਪੇਅਰ। ਸੈਕਿੰਡ ਆ ਦੀਜ਼ ਵਾਇਰਸ ਆਰ ਵੈਰੀ ਥਿਨ, ਅਤੇ ਵਾਇਰਸ ਬਹੁਤ ਪਤਲੀਆਂ ਹੁੰਦੀਆਂ ਨੇ, ਐਂਡ ਬ੍ਰੇਕ ਈਜ਼ਲੀ, ਅਤੇ ਬਹੁਤ ਜਲਦੀ ਟੁੱਟ ਜਾਂਦੀਆਂ ਨੇ। ਫੋਰਥ ਹੈ ਵਟ ਇਜ਼ ਫਾਈਬਰ ਆਪਟਿਕ ਕੇਬਲ, ਫਾਈਬਰ ਆਪਟਿਕ ਕੇਬਲ ਕੀ ਹੈ, ਡਿਫਾਈਨ ਇਟਸ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਤਾਂ ਆਪਟੀਕਲ ਫਾਈਬਰ ਕੇਬਲ ਇਜ਼ ਏ ਗਾਈਡਡ ਟਰਾਂਸਮਿਸ਼ਨ ਮੀਡੀਆ, ਤਾਂ ਇਹ ਕਿਹੜਾ ਕਿ ਆਪਟੀਕਲ ਫਾਈਬਰ ਕੇਬਲ ਆ ਗਾਈਡਡ ਟਰਾਂਸਮਿਸ਼ਨ ਮੀਡੀਆ। ਇਟ ਇਜ਼ ਯੂਜ਼ ਟੂ ਟਰਾਂਸਮਿਟ ਡਾਟਾ ਅਕਰੋਸ ਅ ਨੈਟਵਰਕ, ਅਤੇ ਇਹ ਜਿਹੜੇ ਕਿ ਯੂਜ਼ ਹੁੰਦਾ ਡਾਟਾ, ਇਟ ਇਜ਼ ਯੂਜ਼ ਟੂ ਟਰਾਂਸਮਿਟ ਡਾਟਾ ਜਿਹੜੇ ਕਿ ਟਰਾਂਸਮਿਟ ਕਰਦਾ ਅਕਰੋਸ ਦਾ ਨੈਟਵਰਕ ਦੇ ਵਿੱਚ। ਇਟ ਟਰਾਂਸਫਰ ਡਿਜੀਟਲ ਡਾਟਾ, ਅਤੇ ਇਹ ਡਿਜੀਟਲ ਜਿਹੜਾ ਡਾਟਾ ਉਹਨੂੰ ਵੀ ਟਰਾਂਸਫਰ ਕਰਦਾ ਸਿਗਨਲ ਇਨ ਦਾ ਫਾਰਮ ਆਫ ਲਾਈਟ ਦੀ ਫਾਰਮ ਦੇ ਵਿੱਚ। ਦਿਸ ਕੇਬਲ ਇਜ਼ ਮੇਡ ਅਪ ਆਫ ਮੈਨੀ ਥਿਨ ਫਲੈਕਸੀਬਲ ਆਪਟੀਕਲ ਫਾਈਬਰਸ, ਅਤੇ ਇਹ ਬਹੁਤ ਜਿਹੜੇ ਵੀ ਪਤਲੇ ਆਪਟੀਕਲ ਫਾਈਬਰਸ ਦੇ ਜਿਹੜੀ ਕਿ ਬਣੀਆਂ ਹੋਈਆਂ ਹੁੰਦੀਆਂ ਨੇ। ਈਚ ਆਫ ਫਾਈਬਰਸ, ਕਹਿੰਦਾ ਹਰ ਇੱਕ ਫਾਈਬਰ ਇਜ਼ ਮੇਡ ਅਪ ਆਫ 3 ਲੇਅਰਸ, ਹਰ ਇੱਕ ਦੇ ਵਿੱਚ ਕਿੰਨੀਆਂ ਲੇਅਰਸ ਹੁੰਦੀਆਂ ਨੇ, 3 ਹੁੰਦੀਆਂ ਨੇ। ਅੱਗੇ ਹੈ ਐਡਵਾਂਟੇਜਸ ਆਫ ਆਪਟੀਕਲ ਫਾਈਬਰ, ਇਟ ਇਜ਼ ਸੂਟੇਬਲ ਫॉर ਇੰਡਸਟਰੀਅਲ ਐਂਡ ਨੋਇਸੀ ਏਰੀਆ, ਕਹਿੰਦਾ ਇਹ ਨੋਇਸੀ ਏਰੀਆ ਔਰ ਇੰਡਸਟਰੀ ਦੇ ਲਈ ਜਿਹੜੇ ਕਿ ਯੂਜ਼ਫੁਲ ਹੁੰਦਾ, ਸੂਟੇਬਲ ਹੁੰਦਾ। ਅਤੇ ਇਟਸ ਡਾਟਾ ਟਰਾਂਸਫਰ ਰੇਟ ਇਜ਼ ਵੈਰੀ ਹਾਈ, ਅਤੇ ਇਹਦਾ ਡਾਟਾ ਟਰਾਂਸਫਰ ਰੇਟ ਆ ਜਿਹੜੀ ਕਿ ਬਹੁਤ ਜ਼ਿਆਦਾ ਹਾਈ ਆ। ਇਟ ਕੈਨ ਬੀ ਯੂਜ਼ ਟੂ ਟਰਾਂਸਫਰ ਡਾਟਾ ਓਵਰ ਹੰਡਰਡਸ ਆਫ ਮੀਲਸ, ਅਤੇ 100 ਆਫ ਮੀਲਸ ਦੇ ਵਿੱਚ ਜਿਹੜੇ ਕਿ ਇਹ ਆਪਟੀਕਲ ਫਾਈਬਰ ਆਪਾਂ ਜਿਹੜੇ ਕਿ ਯੂਜ਼ ਕਰ ਸਕਦੇ ਹਾਂ। ਅਤੇ ਡਿਸਐਡਵਾਂਟੇਜ ਕੀ ਨੇ ਇਹਦੇ, ਆਪਟੀਕਲ ਫਾਈਬਰ ਕੇਬਲਸ ਆਰ ਐਕਸਪੈਂਸਿਵ, ਇਹ ਮਹਿੰਗੀਆਂ ਹੁੰਦੀਆਂ ਨੇ। ਦੀਜ਼ ਵਾਇਰਸ ਆਰ ਨਾਟ ਈਜ਼ੀ ਟੂ ਯੂਜ਼, ਅਤੇ ਇਹ ਸੌਖੀਆਂ ਜਿਹੜੇ ਕਿ ਨਹੀਂ ਵਰਤੀਆਂ ਜਾ ਸਕਦੀਆਂ। ਅਤੇ ਅੱਗੇ ਹੈਗਾ 5th ਕੁਐਸਚਨ ਵਟ ਇਜ਼ ਕਮਿਊਨੀਕੇਸ਼ਨ ਮੋਡ, ਕਮਿਊਨੀਕੇਸ਼ਨ ਮੋਡ ਕੀ ਹੈ, ਡਿਫਾਈਨ ਇਟਸ ਟਾਈਪਸ, ਇਹਦੇ ਟਾਈਪਸ ਦੱਸਣੀਆਂ ਨੇ। ਹਾਂਜੀ, ਕਮਿਊਨੀਕੇਸ਼ਨ ਮੋਡ ਇਜ਼ ਆਲਸੋ ਨੋਨ ਐਜ਼ ਟਰਾਂਸਮਿਸ਼ਨ ਮੋਡ, ਕਹਿੰਦਾ ਕਮਿਊਨੀਕੇਸ਼ਨ ਮੋਡ ਨੂੰ ਆਪਾਂ ਹੋਰ ਕੀ ਕਹਿੰਦੇ ਹਾਂ, ਟਰਾਂਸਮਿਸ਼ਨ ਮੋਡ ਕਹਿੰਦੇ ਹਾਂ। ਟਰਾਂਸਮਿਸ਼ਨ ਮੋਡ ਇਜ਼ ਦਾ ਪ੍ਰੋਸੈਸ ਆਫ ਟਰਾਂਸਫਾਰਮਿੰਗ ਡਾਟਾ ਔਰ ਇਨਫੋਰਮੇਸ਼ਨ ਬਿਟਵੀਨ 2 ਡਿਵਾਈਸ ਕਨੈਕਟਡ ਵਿਦ ਇਨ ਅ ਨੈਟਵਰਕ, ਕਹਿੰਦਾ ਜਿਹੜੇ ਕਿ ਟਰਾਂਸਮਿਸ਼ਨ ਮੋਡ ਆ ਇਹ 2 ਜਿਹੜੇ ਕਿ ਇਹ ਪ੍ਰੋਸੈਸ ਆ ਜਿਹੜੇ ਕਿ ਡਾਟੇ ਨੂੰ ਟਰਾਂਸਫਰ ਕਰਦੀ ਆ, ਅਤੇ ਇਨਫੋਰਮੇਸ਼ਨ ਨੂੰ 2 ਡਿਵਾਈਸ ਦੇ ਵਿੱਚ
ਵਿਦਨ ਇੱਕ ਨੈਟਵਰਕ ਦੇ ਵਿੱਚ, ਠੀਕ ਹੈ। ਦੇਅਰ ਆਰ 3 ਟਾਈਪਸ ਆਫ ਕਮਿਊਨੀਕੇਸ਼ਨ, ਤਾਂ ਇਹਦੇ ਵਿੱਚ 3 ਤਰੀਕੇ ਦੇ ਕਮਿਊਨੀਕੇਸ਼ਨ ਮੋਡ ਆ। ਫਸਟ ਹੈਗਾ ਸਿੰਪਲੈਕਸ ਮੋਡ। ਸਿੰਪਲੈਕਸ ਮੋਡ ਕੀ ਹੈ? ਇਨ ਦਿਸ ਮੋਡ, ਇਸ ਮੋਡ ਦੇ ਵਿੱਚ ਕਮਿਊਨੀਕੇਸ਼ਨ ਇਜ਼ ਅਨਡਾਇਰੈਕਸ਼ਨਲ, ਠੀਕ ਹੈ। ਓਨਲੀ ਵਨ ਆਫ ਦਾ ਡਿਵਾਈਸ ਇਨ ਦਿਸ ਮੋਡ, ਕਹਿੰਦਾ ਇਸ ਮੋਡ ਦੇ ਵਿੱਚ ਜਿਹੜੇ ਕਿ ਇੱਕ ਡਿਵਾਈਸ ਕੈਨ ਵੀ ਸੈਂਡ ਅ ਸਿਗਨਲ, ਇੱਕ ਡਿਵਾਈਸ ਦੇ ਰਾਹੀਂ ਮਤਲਬ ਕਿ 2 ਧਿਰਾਂ ਦੇ ਵਿੱਚੋਂ ਇੱਕ ਧਿਰ ਹੀ ਜਿਹੜੇ ਕਿ ਸਿਗਨਲ ਭੇਜ ਸਕਦੀ ਹੈ, ਦੂਜਾ ਉਹਨੂੰ ਰਿਸੀਵ ਕਰੂਗਾ ਓਨਲੀ, ਠੀਕ ਹੈ। ਐਂਡ ਅਦਰ ਕੈਨ ਓਨਲੀ ਰਿਸੀਵ, ਸਿਰਫ ਉਹਨੂੰ ਰਿਸੀਵ ਕਰੂਗਾ, ਕੋਈ ਆਊਟਪੁੱਟ ਨਹੀਂ ਦਊਗਾ। ਫੋਰ ਐਗਜ਼ਾਮਪਲ ਕਮਿਊਨੀਕੇਸ਼ਨ ਬਿਟਵੀਨ ਅ ਕੀਬੋਰਡ ਅਤੇ ਕੰਪਿਊਟਰ, ਜਿਵੇਂ ਕੀਬੋਰਡ ਅਤੇ ਕੰਪਿਊਟਰ ਦੇ ਵਿੱਚ ਹੈ ਸਿੰਪਲੈਕਸ ਮੋਡ। ਅਤੇ ਹਾਫ ਡੁਪਲੈਕਸ ਮੋਡ ਕੀ ਹੈ? ਇਨ ਦਿਸ ਕਮਿਊਨੀਕੇਸ਼ਨ ਮੋਡ ਦਾ ਫਲੋ ਆਫ ਕਮਿਊਨੀਕੇਸ਼ਨ ਕੈਨ ਇਨ ਬੋਥ ਡਾਇਰੈਕਸ਼ਨ, ਅਤੇ ਇਹਨਾਂ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਹੋ ਸਕਦਾ। ਬਟ ਇਹ 'ਚ ਕੰਡੀਸ਼ਨ ਕੀ ਹੈ ਵੀ ਜਦੋਂ ਦੂਜੇ ਨੇ ਵੀ, ਜਿਹੜੇ ਰਿਸੀਵਰ ਨੇ ਵੀ ਆਪਣੇ ਆਊਟਪੁੱਟ ਭੇਜਣੇ ਆ, ਤਾਂ ਉਹਨੂੰ ਸੈਂਡਰ ਦਾ ਉਦੋਂ ਤੱਕ ਵੇਟ ਕਰਨਾ ਪਊਗਾ ਜਦੋਂ ਤੱਕ ਉਹਦੇ ਜਿਹੜੀ ਕਿ ਕੰਪਲੀਟ ਨਹੀਂ ਹੁੰਦਾ ਟਾਸਕ, ਠੀਕ ਹੈ। ਤਾਂ ਬਟ ਓਨਲੀ ਵਨ ਡਿਵਾਈਸ ਇਜ਼ ਏ ਕੈਪੇਬਲ ਆਫ ਕਮਿਊਨੀਕੇਟਿੰਗ ਐਟ ਅ ਵਨ ਟਾਈਮ, ਆਪਾਂ ਕਹਿ ਸਕਦੇ ਵੀ ਇੱਕ ਟਾਈਮ 'ਚ ਸਿਰਫ ਇੱਕ ਹੀ ਕਮਿਊਨੀਕੇਟ ਕਰ ਸਕਦਾ। ਫੋਰ ਐਗਜ਼ਾਮਪਲ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਇਹਨੇ ਵੋਕੀ ਟੋਕੀ ਦੇ ਵਿੱਚ ਸੈਂਡਰ ਸਪੀਕ ਔਨ ਦਾ ਵਨ ਸਾਈਡ, ਇੱਕ ਸਾਈਡ 'ਤੇ ਜਿਹੜੀ ਕਿ ਸੈਂਡਰ ਬੋਲਦਾ, ਐਂਡ ਦਾ ਰਿਸੀਵਰ ਔਨ ਦਾ ਅਦਰ ਸਾਈਡ ਲਿਸਨਡ, ਅਤੇ ਅਦਰ ਸਾਈਡ ਜਿਹੜਾ ਰਿਸੀਵਰ ਉਹਨੂੰ ਸੁਣਦਾ। ਐਂਡ ਦੈਨ ਆਫਟਰ ਪਾਊਜ਼, ਫਿਰ ਕੁਛ ਸਮੇਂ ਪਾਊਜ਼ ਤੋਂ ਬਾਅਦ ਅਨਦਰ ਸਪੀਕ, ਫਿਰ ਦੂਜਾ ਬੋਲਦਾ ਅਤੇ ਫਸਟ ਪਰਸਨ ਸੁਣਦਾ, ਠੀਕ ਹੈ। ਮਤਲਬ ਕਿ ਉਹਨੂੰ ਵੇਟ ਕਰਨਾ ਪੈਂਦਾ ਇੱਕ ਦੂਜੇ ਦਾ। ਅਤੇ ਜਿਹੜਾ ਫੁੱਲ ਡੁਪਲੈਕਸ ਮੋਡ ਹੁੰਦਾ, ਇਹਦੇ ਵਿੱਚ ਵਨ ਟਾਈਮ ਹੋ ਸਕਦਾ ਦੋਨੋਂ ਡਾਇਰੈਕਸ਼ਨਸ ਤੋਂ, ਠੀਕ ਹੈ। ਈਵਨ ਇਨ ਫੁੱਲ ਡੁਪਲੈਕਸ ਮੋਡ ਦਾ ਫਲੋ ਆਫ ਕਮਿਊਨੀਕੇਸ਼ਨ ਇਜ਼ ਬੋਥ ਡਾਇਰੈਕਸ਼ਨ ਦੇ ਵਿੱਚ ਹੁੰਦਾ, ਬਟ ਕਮਿਊਨੀਕੇਸ਼ਨ ਇਜ਼ ਪੋਸੀਬਲ ਇਨ ਬੋਥ ਡਾਇਰੈਕਸ਼ਨਸ ਐਟ ਦਾ ਸੇਮ ਟਾਈਮ, ਅਤੇ ਇੱਕ ਸੇਮ ਟਾਈਮ 'ਤੇ ਜਿਹੜੇ ਕਿ ਇਹਨਾਂ ਦੇ ਵਿੱਚ ਕਮਿਊਨੀਕੇਟ ਹੋ ਸਕਦਾ। ਦਿਸ ਇਜ਼ ਦਾ ਫਾਸਟੈਸਟ ਮੋਡ ਆਫ ਕਮਿਊਨੀਕੇਸ਼ਨ ਬਿਟਵੀਨ ਡਿਵਾਈਸ ਦੇ ਵਿੱਚ ਸਭ ਤੋਂ ਆਪਾਂ ਕਹਿ ਸਕਦੇ ਤੇਜ਼ ਕਿਹੜਾ? ਫੁੱਲ ਡੁਪਲੈਕਸ ਮੋਡ ਆ। ਫੋਰ ਐਗਜ਼ਾਮਪਲ ਜਿਵੇਂ ਕਮਿਊਨੀਕੇਸ਼ਨ ਬਿਟਵੀਨ 2 ਪੀਪਲ, ਜਿਵੇਂ 2 ਜਣਿਆਂ ਦੇ ਵਿਚਕਾਰ, 2 ਲੋਕਾਂ ਦੇ ਵਿਚਕਾਰ ਕਮਿਊਨੀਕੇਸ਼ਨ। ਮੋਬਾਈਲ ਫੋਨਸ, ਜਿਵੇਂ ਮੋਬਾਈਲ ਫੋਨ ਦੇ ਵਿੱਚ ਇੱਕ ਦੂਜੇ ਨੂੰ ਆਪਾਂ ਜਦੇ ਹੀ ਜਿਹੜੇ ਕਿ ਆਪਣੀ ਆਊਟਪੁੱਟ ਭੇਜ ਸਕਦੇ ਹੁੰਦੇ ਹਾਂ। ਹਾਂਜੀ, ਅੱਗੇ ਤੁਹਾਡਾ 7th ਚੈਪਟਰ। ਹਾਂਜੀ, 7th ਚੈਪਟਰ 'ਚ ਹੈਗੇ ਨੇ ਕੁਐਸਚਨ, ਵਟ ਡੂ ਯੂ ਮੀਨ ਬਾਈ ਈ ਗਵਰਨੈਂਸ, ਤੁਸੀਂ ਈ ਗਵਰਨੈਂਸ ਤੋਂ ਕੀ ਸਮਝਦੇ ਹੋ? ਡਿਫਾਈਨ ਇਟਸ ਵਰਕਿੰਗ ਸਿਸਟਮ, ਅਤੇ ਇਹਦਾ ਵਰਕਿੰਗ ਸਿਸਟਮ ਆਪਾਂ ਨੇ ਡਿਫਾਈਨ ਕਰਨਾ। ਅਤੇ ਹਾਂਜੀ, ਇਹਦਾ ਆਨਸਰ ਦੇਖਦੇ ਹਾਂ। ਹਾਂਜੀ, ਈ ਗਵਰਨੈਂਸ ਇਜ਼ ਏ ਐਪਲੀਕੇਸ਼ਨ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਕਹਿੰਦਾ ਈ ਗਵਰਨੈਂਸ ਕੀ ਹੈ? ਇੱਕ ਐਪਲੀਕੇਸ਼ਨ ਹੈ ਇਨਫੋਰਮੇਸ਼ਨ ਦਾ ਅਤੇ ਕਮਿਊਨੀਕੇਸ਼ਨ ਦਾ ਟੈਕਨੋਲੋਜੀ। ਯੂਜ਼ ਇੰਟਰਨੈਟ, ਜਿਹੜਾ ਇੰਟਰਨੈਟ ਯੂਜ਼ ਕਰਦਾ, ਜਿਵੇਂ ਵੈਬ ਪੋਰਟਲਸ, ਈਮੇਲਸ ਐਕਸੈਕਟਰਾ, ਐਂਡ ਅਦਰ ਇਲੈਕਟ੍ਰੋਨਿਕ ਮੀਡੀਆ, ਅਤੇ ਬਾਕੀ ਇਲੈਕਟ੍ਰੋਨਿਕ ਮੀਡੀਆ ਜਿਵੇਂ ਮੋਬਾਈਲ ਫੋਨ, ਕੰਪਿਊਟਰਸ, ਟੈਬਲੈਟਸ, ਟੂ ਪ੍ਰੋਵਾਈਡ ਸਰਵਿਸ ਐਂਡ ਫੈਸਿਲਿਟੀਜ਼ ਆਫਰਡ ਬਾਈ ਦਾ ਗਵਰਨਮੈਂਟ, ਜਿਹੜੇ ਆ ਗਵਰਨਮੈਂਟ ਦੁਆਰਾ ਜਿਹੜੇ ਵੀ ਫੈਸਿਲਿਟੀਜ਼ ਅਤੇ ਆਫਰ ਆ ਜਿਹੜੇ ਕਿ ਦਿੱਤੇ ਜਾਂਦੇ ਨੇ ਟੂ ਦਾ ਸਿਟੀਜ਼ਨ ਨੂੰ, ਠੀਕ ਹੈ। ਇੰਨੇ ਟਰਾਂਸਪੇਰੈਂਟ ਅਤੇ ਪੂਰੀ ਸ਼ੁੱਧਤਾ ਨਾਲ, ਸਪੀਡੀ ਤੇਜ਼ੀ ਦੇ ਨਾਲ, ਅਤੇ ਕੋਸਟ ਇਫੈਕਟਿਵ ਵੇ, ਮਤਲਬ ਕਿ ਕੀਮਤ ਘੱਟ ਲਾਗਤ ਦੇ ਨਾਲ। ਐਜ਼ ਮੀਨਿੰਗ ਆਫ ਈ ਕਮਰਸ ਕਲੀਅਰਸ ਡੈਟ ਈ ਗਵਰਨੈਂਸ ਇਜ਼ ਕਾਈਂਡ ਆਫ ਰੂਲ ਡਨ ਬਾਈ ਇਲੈਕਟ੍ਰੋਨਿਕ ਮੀਡੀਆ ਯੂਜ਼ਿੰਗ ਇੰਟਰਨੈਟ, ਠੀਕ ਹੈ। ਦੈਨ ਹੁਣ ਇਹਦਾ ਵਰਕਿੰਗ ਕਰਦੇ ਹਾਂ, ਇਹ 'ਚ ਇੰਨਾ ਕੀ ਕਰ ਲੈਣਾ। ਹੁਣ ਇਹਦਾ ਵਰਕਿੰਗ ਹੈਗੇ ਨੇ, ਹਾਂਜੀ, ਵਰਕਿੰਗ ਸਿਸਟਮ ਦੇ ਵਿੱਚ ਦੇਖੋ ਤੁਸੀਂ, ਗਵਰਨਮੈਂਟ, ਠੀਕ ਹੈ, ਸਿਟੀਜ਼ਨ, G2G, ਇਹ ਸ਼ਾਰਟ ਫਾਰਮ ਲਈ ਵੀ ਜ਼ਰੂਰੀ ਹੈ, ਗਵਰਨਮੈਂਟ ਟੂ ਗਵਰਨਮੈਂਟ, G2C ਗਵਰਨਮੈਂਟ ਟੂ ਸਿਟੀਜ਼ਨ, ਅਤੇ ਉਸ ਤੋਂ ਬਾਅਦ ਹੈਗਾ G2B ਗਵਰਨਮੈਂਟ ਟੂ ਬਿਜ਼ਨਸ, G2E ਗਵਰਨਮੈਂਟ ਟੂ ਇੰਪਲਾਏ, ਅਤੇ G2N ਗਵਰਨਮੈਂਟ ਟੂ NGO। ਹੁਣ ਇਹਦੇ ਆਪਾਂ ਅੱਗੇ, ਹਾਂਜੀ, ਹੁਣ ਆਪਾਂ ਇਹਨਾਂ ਦੀ ਐਕਸਪਲੇਨੇਸ਼ਨ ਕਰਦੇ ਹਾਂ। G2G ਗਵਰਨਮੈਂਟ ਟੂ ਗਵਰਨਮੈਂਟ। ਇਨ ਦਿਸ ਟਾਈਪ ਆਫ ਈ ਕਮਰਸ, ਕਹਿੰਦਾ ਇਸ ਈ ਕਮਰਸ ਦੀ ਟਾਈਪ ਦੇ ਵਿੱਚ ਡਾਟਾ ਐਂਡ ਇਨਫੋਰਮੇਸ਼ਨ ਇਜ਼ ਸ਼ੇਅਰਡ ਬਿਟਵੀਨ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਐਂਡ ਵਾਈਸ ਵਰਸ। ਕਹਿੰਦਾ ਇਸ ਦੇ ਵਿੱਚ ਜਿਹੜੇ ਕਿ ਸੈਂਟਰਲ ਗਵਰਨਮੈਂਟ ਸਰਕਾਰ, ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ, ਅਤੇ ਵਾਈਸ ਵਰਸਾ ਦੁਆਰਾ ਜਿਹੜੀ ਵੀ ਇਨਫੋਰਮੇਸ਼ਨ ਹੁੰਦੀ ਹੈ ਜਾਂ ਕੋਈ ਡਾਟਾ ਹੁੰਦਾ, ਉਹ ਸ਼ੇਅਰ ਕੀਤਾ ਜਾਂਦਾ। ਫਰਦਰ ਗਵਰਨਮੈਂਟ ਏਜੰਸੀਜ਼, ਡਿਪਾਰਟਮੈਂਟਸ, ਆਰਗੇਨਾਈਜੇਸ਼ਨ ਕਮ ਅੰਡਰ ਦਾ ਪ੍ਰੀਵਿਊ ਆਫ ਗਵਰਨਮੈਂਟ ਟੂ ਗਵਰਨਮੈਂਟ, ਠੀਕ ਹੈ। ਤਾਂ ਈ ਗਵਰਨੈਂਸ ਬਾਈ ਇੰਪਰੂਵਿੰਗ ਕਮਿਊਨੀਕੇਸ਼ਨ, ਡਾਟਾ ਕ੍ਰੋਸ ਐਂਡ ਇਨਫੋਰਮੇਸ਼ਨ ਸ਼ੇਅਰਿੰਗ। ਅਤੇ ਨੈਕਸਟ ਹੈ, ਅੱਗੇ ਹੈ G2C ਗਵਰਨਮੈਂਟ ਟੂ ਸਿਟੀਜ਼ਨ। ਇਨ ਦਿਸ ਟਾਈਪ ਆਫ ਈ ਗਵਰਨੈਂਸ, ਗਵਰਨਮੈਂਟ ਪ੍ਰੋਵਾਈਡ ਸਰਵਿਸ ਐਂਡ ਫੈਸਿਲਿਟੀਜ਼ ਟੂ ਦਾ ਸਿਟੀਜ਼ਨ। ਇਸ ਦੇ ਵਿੱਚ, ਇਸ ਟਾਈਪ ਦੇ ਵਿੱਚ ਕਹਿੰਦਾ ਈ ਗਵਰਨੈਂਸ ਦੇ ਟਾਈਪ ਦੇ ਵਿੱਚ ਗਵਰਨਮੈਂਟ ਆ ਜਿਹੜੀ ਸਰਕਾਰ ਆ, ਉਹ ਸਰਵਿਸ ਅਤੇ ਆਪਣੀ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਂਦੀ ਹੈ ਸਿਟੀਜ਼ਨ ਨੂੰ।
ठीक है। एडिशनली गवर्नमेंट एंड सिटीजन बोथ कम्युनिकेट विद ईच अदर, ਤੇ ਦੋਨਾਂ ਦੇ ਵਿੱਚ ਦੋਨੋਂ ਕਮਿਊਨੀਕੇਟ ਕਰਦੇ ਨੇ ਈਚ ਅਦਰ ਦੇ ਨਾਲ, ਭਾਵੇਂ ਕਿ ਇੱਕ ਦੂਜੇ ਦੇ ਨਾਲ। ਗਵਰਨਮੈਂਟ ਪ੍ਰੋਵਾਈਡ ਦੋ ਸਰਵਿਸ ਵਿਚ ਆਰ ਡਾਇਰੈਕਟਲੀ ਰਿਲੇਟਡ ਟੂ ਪਬਲਿਕ, ਤੇ ਗਵਰਨਮੈਂਟ ਆ ਉਹ ਸਰਵਿਸ ਪ੍ਰੋਵਾਈਡ ਕਰਦੇ ਜਿਹੜੇ ਸਿੱਧੇ ਜਿਹੜੇ ਕਿ ਲੋਕਾਂ ਨਾਲ ਪਬਲਿਕ ਨਾਲ ਰਿਲੇਟਡ ਹੁੰਦੀਆਂ ਨੇ। ਦੀਜ਼ ਸਰਵਿਸ ਆਰ ਫ੍ਰੀ ਔਰ ਪ੍ਰੋਵਾਈਡਡ ਐਟ ਮਿਨੀਮਮ ਚਾਰਜਸ, ਤੇ ਇਹ ਜਿਹੜੀ ਸਰਵਿਸ ਪ੍ਰੋਵਾਈਡ ਕਰਵਾਈ ਜਾਂਦੀ ਬਿਲਕੁਲ ਫ੍ਰੀ ਕਰਵਾਈ ਜਾਂਦੀ ਹੈ ਜਾਂ ਬਹੁਤ ਘੱਟ ਰੇਟ 'ਤੇ ਕਰਵਾਈ ਜਾਂਦੀ ਹੈ ਚਾਰਜਸ 'ਤੇ। For example, people can avail service like apply online for Aadhaar card, PAN card at very low fees and apply for many service at free of cost। ਤੇ ਬਹੁਤ ਸਾਰੇ ਸਰਵਿਸ ਨੇ ਜਿਹੜੇ free of cost ਆ ਜਿਹੜੇ ਕਿ ਉਹ ਫਿਲ ਕਰ ਸਕਦੇ ਨੇ, ਜਾਂ ਜਿਹੜੇ ਕਿ ਆਧਾਰ ਕਾਰਡ ਵਗੈਰਾ ਜਾਂ ਪੈਨ ਕਾਰਡ ਹੈ ਜਿਹੜੇ ਕਿ ਬਹੁਤ ਲੋ ਫੀਸ 'ਤੇ ਅਪਲਾਈ ਕਰ ਸਕਦੇ ਨੇ। ਫਰਦਰ ਆਨਲਾਈਨ ਪੇਮੈਂਟ ਆਫ ਯੂਟੀਲਿਟੀ ਬਿਲਸ ਐਂਡ ਇਨਕਮ ਟੈਕਸ ਕਮਸ ਅੰਡਰ ਦਿਸ ਪਾਰਟ ਆਫ ਈ ਗਵਰਨੈਂਸ, ਤੇ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਅੱਗੇ ਹੈ G2B ਗਵਰਨਮੈਂਟ ਟੂ ਬਿਜ਼ਨਸ। ਇਨ ਦਿਸ ਟਾਈਪ ਦੋ ਸਰਵਿਸ ਆਰ ਇਨਕਲੂਡਡ ਵਿਚ ਆਰ ਪ੍ਰੋਵਾਈਡਡ ਬਾਈ ਗਵਰਨਮੈਂਟ ਟੂ ਬਿਜ਼ਨਸ। ਕਹਿੰਦਾ ਉਹ ਸਰਵਿਸ ਆਉਂਦੀਆਂ ਨੇ ਜਿਹੜੀਆਂ ਕਿ ਸਰਕਾਰ ਦੁਆਰਾ ਬਿਜ਼ਨਸਮੈਨ ਵਪਾਰ ਨੂੰ ਦਿੱਤੇ ਜਾਂਦੇ ਨੇ, ਤਾਂ ਬਿਜ਼ਨਸ ਨੂੰ। ਥਰੂ ਦੀਜ਼ ਸਰਵਿਸ ਗਵਰਨਮੈਂਟ ਐਂਡ ਬਿਜ਼ਨਸ ਆਰਗੇਨਾਈਜੇਸ਼ਨ ਕਮਿਊਨੀਕੇਟ ਵਿਦ ਈਚ ਅਦਰ। ਕਹਿੰਦਾ ਇਹ ਸਰਵਿਸ ਰਾਹੀਂ ਸਰਕਾਰ ਤੇ ਕਮਿਊਨੀਕੇਸ਼ਨ ਕਰ ਸਕਦੇ ਨੇ, ਸਰਕਾਰ ਕਰ ਸਕਦੀ ਹੈ ਕਮਿਊਨੀਕੇਸ਼ਨ, ਤੇ ਉੱਧਰੋਂ ਜਿਹੜੇ ਕਿ ਬਿਜ਼ਨਸ ਆਰਗੇਨਾਈਜੇਸ਼ਨ ਦੋਨੋਂ ਇੱਕ ਦੂਜੇ ਨਾਲ। ਔਨਲਾਈਨ ਸੇਲਿੰਗ ਐਂਡ ਬਾਇੰਗ ਆਫ ਗੁਡਸ ਆ ਜਿਹੜੀ ਕਿ ਵਸਤੂਆਂ ਔਨਲਾਈਨ ਵੇਚਣਾ ਖਰੀਦਣਾ। ਟੈਕਸ ਔਨ ਗੁਡਸ ਤੇ ਟੈਕਸ ਲੱਗਣਾ ਵਸਤੂਆਂ 'ਤੇ। ਸਬਸਿਡੀਜ਼ ਔਰ ਬਿਜ਼ਨਸ ਆਰ ਦਾ ਸਰਵਿਸ ਵਿਚ ਆਰ ਪ੍ਰੋਵਾਈਡਡ ਬਾਈ ਦਾ ਗਵਰਨਮੈਂਟ ਟੂ ਬਿਜ਼ਨਸ। ਆਲ ਦੀਜ਼ ਸਰਵਿਸ ਆਰ ਪ੍ਰੋਵਾਈਡਡ ਔਨਲਾਈਨ ਥਰੂ ਦਿਸ ਪਾਰਟ ਆਫ ਈ ਗਵਰਨੈਂਸ। ਸਾਰੀਆਂ ਜਿਹੜੀ ਕਿ ਸਰਵਿਸ ਔਨਲਾਈਨ ਪ੍ਰੋਵਾਈਡ ਕਰਵਾਈ ਜਾਂਦੇ ਨੇ। ਅੱਗੇ ਹੈਗਾ G2E, ਤਾਂ ਗਵਰਨਮੈਂਟ ਟੂ ਇੰਪਲਾਈ। In this type of governments, those service and facilities are included that take place between government and its employee। ਜਿਹੜੇ ਕਿ ਕਰਮਚਾਰੀਆਂ ਤੇ ਗਵਰਨਮੈਂਟ ਦੇ ਵਿਚਕਾਰ ਹੁੰਦੀਆਂ ਨੇ ਉਹ ਆ ਜਾਂਦੇ ਨੇ ਇਹਦੇ ਵਿੱਚ। ਫੈਸਿਲਿਟੀਜ਼ ਤੇ ਸਰਵਿਸ ਗਵਰਨਮੈਂਟ ਪ੍ਰੋਵਾਈਡ ਮੈਨੀ ਸਰਵਿਸ ਐਂਡ ਫੈਸਿਲਿਟੀਜ਼ ਟੂ ਇਟਸ ਇੰਪਲਾਈ ਫॉर ਬੈਟਰ ਵਰਕਿੰਗ ਕੰਡੀਸ਼ਨ। ਬੈਟਰ ਵਰਕਿੰਗ ਕੰਡੀਸ਼ਨ ਦੇ ਲਈ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਕਿ ਸਰਵਿਸ ਤੇ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਇੰਪਲਾਈ ਨੂੰ, ਕਰਮਚਾਰੀਆਂ ਨੂੰ। ਨਾਓ ਡੇਜ਼ ਸੈਲਰੀ ਬਿਲਸ ਆਫ ਇੰਪਲਾਈਜ਼, ਜਿਵੇਂ ਸੈਲਰੀ ਬਿਲ ਹੋ ਗਏ, ਦੇਅਰ ਸਰਵਿਸ ਰਿਕਾਰਡ ਹੋ ਗਿਆ, ਦੇਅਰ ਡਿਪਾਰਟਮੈਂਟਲ ਟਰਾਂਸਫਰ ਹੋ ਗਿਆ, ਆਲ ਅਦਰ ਰਿਕਾਰਡਡ ਰਿਲੇਟਡ ਟੂ ਇੰਪਲਾਈਜ਼ ਆਰ ਮੇਨਟੇਨਡ ਆਨਲਾਈਨ ਬਾਈ ਗਵਰਨਮੈਂਟ। ਐਗਜ਼ਾਮਪਲਸ ਅੱਗੇ ਦਿੱਤੀਆਂ ਹੋਈਆਂ ਨੇ। ਅੱਗੇ ਹੈ G2N। ਨਾਓ ਏ ਨਿਊ ਬ੍ਰਾਂਚ ਹੈਜ਼ ਬੀਨ ਐਡਡ ਟੂ ਈ ਗਵਰਨੈਂਸ ਬਾਈ ਵਿਚ ਗਵਰਨਮੈਂਟ ਐਂਡ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਆਰ ਕੈਨ ਕਮਿਊਨੀਕੇਟ ਵਿਦ ਈਚ। ਜਿਹਦੇ ਵਿੱਚ ਸਰਕਾਰ ਤੇ ਜਿਹੜੇ ਗੈਰ ਸਰਕਾਰੀ ਨੇ, ਨਾਨ ਗਵਰਨਮੈਂਟ ਨੇ, ਠੀਕ ਹੈ, ਉਹ ਕਮਿਊਨੀਕੇਟ ਕਰ ਸਕਦੇ ਨੇ। ਇਨ ਦਿਸ ਪਾਰਟ ਦੇ ਵਿੱਚ ਦੋ ਸਰਵਿਸ ਆਰ ਇਨਕਲੂਡਡ ਵਿਚ ਗਵਰਨਮੈਂਟ ਸਰਟੀਫਾਈਜ਼ ਦੀਜ਼ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ। The work of registration of these non-government organization or societies comes under this part. For example, communication between government and political parties or NGO। ਹਾਂਜੀ, ਅੱਗੇ ਕੁਐਸਚਨ ਹੈਗਾ ਵਟ ਆਰ ਦਾ ਬੈਨੀਫਿਟ ਐਂਡ ਲਿਮੀਟੇਸ਼ਨ ਆਫ ਈ ਗਵਰਨੈਂਸ। ਦੇ ਬੈਨੀਫਿਟ ਕੀ ਨੇ, ਲਿਮੀਟੇਸ਼ਨਸ ਕੀ ਨੇ। ਤਾਂ ਬੈਨੀਫਿਟ ਕੀ ਹੋ ਗਿਆ, ਈਜ਼ੀ ਟੂ ਅਸੈਸ, ਠੀਕ ਹੈ, ਇਹਦੇ ਵਿੱਚ ਪਹੁੰਚ ਜਿਹੜੇ ਬਹੁਤ ਨੇੜੇ ਹੋ ਗਈ। ਐਜ਼ ਵੀ ਨੋ ਈ ਗਵਰਨੈਂਸ ਪ੍ਰੋਵਾਈਡ ਔਨਲਾਈਨ ਸਰਵਿਸ ਸੋ ਡੈਟ ਦੀ ਐਵਰੀ ਸਿਟੀਜ਼ਨ ਕੈਨ ਅਸੈਸ ਦੀ ਸਰਵਿਸ ਈਜ਼ਲੀ। ਪੀਪਲ ਕੈਨ ਗੈਟ ਦੀ ਸਰਵਿਸ ਐਟ ਦੇਅਰ ਹੋਮ ਔਰ ਨੀਅਰ ਬਾਈ, ਠੀਕ ਹੈ, ਨੇੜੇ ਤੇ ਘਰ ਦੇ ਵਿੱਚ ਆਪਣਾ ਇਹ ਜਿਹੜੀ ਫੈਸਿਲਿਟੀਜ਼ ਲੈ ਸਕਦੇ ਨੇ, ਜਿਵੇਂ ਜਿਹੜੇ ਸੇਵਾ ਕੇਂਦਰ ਹੋ ਗਏ, ਸੁਵਿਧਾ ਕੇਂਦਰ ਹੋ ਗਏ, ਉਹਨਾਂ ਤੋਂ ਜਿਹੜੇ ਕਿ ਅਪਲਾਈ ਕਰ ਸਕਦੇ ਨੇ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਐਕਸੈਕਟਰਾ। ਕਲੋਜ਼ ਰਿਲੇਸ਼ਨਸ਼ਿਪ ਇਹਦੇ ਵਿੱਚ ਪਬਲਿਕ ਤੇ ਜਿਹੜੇ ਕਿ ਸਰਕਾਰ ਦੇ ਵਿੱਚ ਕਲੋਜ਼ ਰਿਲੇਸ਼ਨਸ਼ਿਪ ਹੋ ਗਿਆ ਇਹਨਾਂ ਸਰਵਿਸ ਦੇ ਰਾਹੀਂ ਈਜ਼ਲੀ, ਕਿਉਂਕਿ ਇਟ ਡਿਵੈਲਪ ਕਲੋਜ਼ ਰਿਲੇਸ਼ਨਸ਼ਿਪ। ਤੇ ਇਟ ਇਜ਼ ਆਲਸੋ ਕੈਨ ਈਜ਼ੀ ਵੇ ਫੋਰ ਗਵਰਨਮੈਂਟ ਟੂ ਪ੍ਰੋਵਾਈਡ ਦੀ ਫੈਸਿਲਿਟੀਜ਼। ਅਤੇ ਸਰਕਾਰ ਲਈ ਵੀ ਸੌਖਾ ਹੋ ਗਿਆ ਕਿ ਜਿਹੜੇ ਪਬਲਿਕ ਨੂੰ ਈਜ਼ੀਲੀ ਪ੍ਰੋਵਾਈਡ ਕਰ ਸਕੇ ਔਨਲਾਈਨ ਇਹ ਸਾਰੀਆਂ ਜਿਹੜੀ ਫੈਸਿਲਿਟੀਜ਼ ਨੇ ਸਰਵਿਸ। ਅਤੇ ਟਾਈਮ ਸੇਵਿੰਗ, ਇਹਦੇ ਨਾਲ ਟਾਈਮ ਸੇਵ ਹੁੰਦਾ, ਠੀਕ ਹੈ। ਜੇ ਆਪਾਂ ਨੂੰ ਆਵਾਜਾਈ ਦੇ ਨਾਲ ਕਿਤੇ ਜਾਣਾ ਪਊਗਾ ਤਾਂ ਔਨਲਾਈਨ ਆਪਣਾ ਕੰਮ ਹੋ ਜਾਊਗਾ, ਤਾਂ ਆਪਣਾ ਟਾਈਮ ਹੈ ਜਿਹੜੇ ਕਿ ਬਚਦਾ। ਆਫਟਰ ਈ ਗਵਰਨੈਂਸ ਆਲ ਵਰਕਰਸ ਆਫ ਗਵਰਨਮੈਂਟ ਆਰ ਬੀਂਗ ਡਨ ਇਜ਼ ਐਨ ਈਜ਼ੀ ਔਰ ਫਾਸਟ ਵੇ ਡਿਊ ਟੂ ਦ ਔਨਲਾਈਨ ਪ੍ਰੋਸੀਜਰ ਟਾਸਕ ਕੈਨ ਬੀ ਡਨ ਇਨ ਲੈਸ ਟਾਈਮ। ਘੱਟ ਟਾਈਮ ਦੇ ਵਿੱਚ ਜਿਹੜੇ ਟਾਸਕ ਕੰਪਲੀਟ ਹੋ ਜਾਂਦੇ ਨੇ। ਬਿਫੋਰ ਟਾਸਕ ਡੇਜ਼ ਟੂ ਕੰਪਲੀਟ, ਅਤੇ ਕਈ ਦਿਨ ਪਹਿਲਾਂ ਹੀ ਜਿਹੜੇ ਕਿ ਟਾਸਕ ਤੋਂ ਕੰਪਲੀਟ ਹੋ ਜਾਂਦੇ ਨੇ, ਅਤੇ ਇਹਦੇ ਨਾਲ ਟਾਈਮ ਬਚਦਾ ਆਪਣਾ, ਮਨੀ ਵੀ ਬਚਦਾ, ਠੀਕ ਹੈ। ਕਿਉਂਕਿ ਜੇ ਆਪਾਂ ਕਿਤੇ ਜਾਵਾਂਗੇ ਤਾਂ ਉੱਥੇ ਜ਼ਿਆਦਾ ਖਰਚਾ ਹੋਊਗਾ, ਔਰ ਆਪਣਾ ਔਨਲਾਈਨ ਕਰ ਲਾਂਗੇ ਅਤੇ ਇਹਦੇ ਨਾਲ ਜਿਹੜੇ ਕਿ ਘੱਟ ਖਰਚਾ ਹੋਊਗਾ ਤਾਂ ਸੇਵ ਮਨੀ, ਠੀਕ ਹੈ, ਮਨੀ ਸੇਵ ਹੁੰਦਾ। ਟਰਾਂਸਪੇਰੈਂਸੀ, ਅਤੇ ਔਨਲਾਈਨ ਸਾਰੀ ਚੀਜ਼ਾਂ 'ਤੇ ਪਾਰਦਰਸ਼ਤਾ ਹੁੰਦੀ ਇਹਦੇ ਵਿੱਚ, ਠੀਕ ਹੈ।
ਤੇ ਰਿਸਪੌਂਸੀਬਿਲਟੀ ਵੀ ਹੁੰਦੀ ਹੈ ਇਹਦੇ ਵਿੱਚ। ਲਿਮਿਟੇਸ਼ਨ ਕੀ ਨੇ, ਨੋਟ ਐਵਰੀਵਨ ਕੈਨ ਯੂਜ਼ ਈ ਸਰਵਿਸ। ਹੁਣ ਜਿਹੜੇ ਈ ਸਰਵਿਸ ਨੇ ਹਰ ਕੋਈ ਜਿਹੜਾ ਯੂਜ਼ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਵਿਲੇਜ 'ਚ ਲੋਕ ਜਿਹੜੇ ਕਿ ਇਲੀਟਰੇਟ ਹੁੰਦੇ ਨੇ, ਅਨਪੜ੍ਹ ਹੁੰਦੇ ਨੇ ਜ਼ਿਆਦਾਤਰ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਅਤੇ ਇਸ ਤੋਂ ਇਲਾਵਾ ਵੈਸੇ ਵੀ ਕਈ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੁਛ ਵੀ ਪਿੰਡਾਂ ਵਗੈਰਾ 'ਚ ਨਹੀਂ ਕੁਛ ਜਿਹੜੇ ਕਿ ਔਨਲਾਈਨ ਕਿਹੜੇ ਫੈਸਿਲਿਟੀਜ਼ ਨੇ ਸਰਵਿਸ ਉਹਨਾਂ ਨੂੰ ਨਹੀਂ ਪਤਾ ਹੁੰਦੇ ਅਤੇ ਉਹ ਨਹੀਂ ਯੂਜ਼ ਕਰ ਪਾਉਂਦੇ। ਅੱਗੇ ਹੈ ਅਵੇਲਿਟੀ ਆਫ ਇੰਟਰਨੈਟ ਸਰਵਿਸ ਇਜ਼ ਰਿਕੁਆਇਰਡ। ਹੁਣ ਇਹਨਾਂ ਲਈ ਇੰਟਰਨੈਟ ਸਰਵਿਸ ਰਿਕੁਆਇਰਡ, ਇਹ ਵੀ ਇਹਦੇ ਜਿਹੜੇ ਕਿ ਲਿਮਿਟੇਸ਼ਨ ਹੈ। ਲੈਕ ਆਫ ਨੌਲੇਜ ਐਂਡ ਅਵੇਅਰਨੈਸ, ਲੋਕਾਂ ਕੋਲ ਕਈਆਂ ਕੋਲ ਨੌਲੇਜ ਨਹੀਂ ਹੁੰਦੀ ਇਸ ਚੀਜ਼ ਦੀ ਕਿ ਔਨਲਾਈਨ ਸਰਵਿਸ ਅਤੇ ਜਿਹੜੇ ਫੈਸਿਲਿਟੀਜ਼ ਦੀ, ਅਤੇ ਅਵੇਅਰਨੈਸ ਨਹੀਂ ਹੁੰਦੀ, ਤਾਂ ਵੀ ਇਹ ਵੀ ਇਹਦੀ ਜਿਹੜੀ ਵੀ ਆਪਾਂ ਕਹਿ ਸਕਦੇ ਹਾਂ ਲਿਮਿਟੇਸ਼ਨ ਆ। ਸਟਾਰਟ ਅਪ ਕੋਸਟ, ਜਦੋਂ ਇਹਨੂੰ ਸਟਾਰਟ ਕਰਨਾ ਪੈਂਦਾ ਤਾਂ ਕਾਫੀ ਕੋਸਟਲੀ ਹੁੰਦਾ, ਜਿਸ ਕਰਕੇ ਇਹਦੇ ਵਿੱਚ ਕਾਫੀ ਪੈਸਾ ਖਰਚ ਹੁੰਦਾ। ਜਿਵੇਂ ਟੂ ਓਪਨ ਸੇਵਾ ਕੇਂਦਰ ਇਨ ਐਵਰੀ ਵਿਲੇਜ ਦੇ ਵਿੱਚ ਖੋਲ੍ਹਣਾ, ਜਿਹੜਾ ਫੈਸਿਲਿਟੀਜ਼ ਦੇਣਾ, ਗੁੱਡ ਕੰਪਿਊਟਰ ਇੰਟਰਨੈਟ ਸਰਵਿਸ ਦੇਣਾ, ਹਾਈ ਕੁਆਲੀਫਾਈਡ ਫੈਕਲਟੀ ਦੇਣਾ, ਇਹਦੇ ਨਾਲ ਕਾਫੀ ਜਿਹੜੇ ਕਿ ਕੋਸਟਲੀ ਟਾਸਕ ਹੈ ਇਹ। ਸਿਕਿਉਰਿਟੀ ਥ੍ਰੈਟ, ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਕਿ ਸਿਕਿਉਰਿਟੀ ਥ੍ਰੈਟ ਵੀ ਹੁੰਦਾ, ਕਿਉਂਕਿ ਬਹੁਤ ਸਾਰੇ ਜਿਹੜੇ ਕਿ ਚੀਜ਼ਾਂ ਨੂੰ ਕੌਨਫੀਡੈਂਟਲ ਇਹਦੇ ਵਿੱਚ ਨਹੀਂ ਰੱਖਿਆ ਜਾਂਦਾ ਹੁੰਦਾ, ਕੋਈ ਸਿਕਿਉਰਿਟੀ ਨਹੀਂ ਹੈ, ਜਿਸ ਕਰਕੇ ਇਹਦੇ ਵਿੱਚ ਜਿਹੜੇ ਕਿ ਚੀਜ਼ਾਂ ਦਾ ਸਟੋਲਨ ਅਤੇ ਮਿਸਯੂਜ਼ਡ ਹੋ ਸਕਦੇ ਨੇ ਬਾਏ ਹੈਕਰਸ ਦੇ ਰਾਹੀਂ। ਪਹਿਲਾਂ ਤਾਂ ਤੁਸੀਂ ਹੈਡਿੰਗ ਯਾਦ ਕਰ ਲੈਣਾ, ਫਿਰ ਵਿੱਚੋਂ ਤਾਂ ਕੰਟੈਂਟ ਈਜ਼ੀਲੀ ਯਾਦ ਹੋ ਜਾਣਾ ਹੁੰਦਾ। ਹਾਂਜੀ, ਅੱਗੇ ਕੁਐਸਚਨ ਹੈਗਾ ਵਟ ਆਰ ਆਧਾਰ ਕਾਰਡ ਕੀ ਹੈ, ਡਿਸਕ੍ਰਾਈਬ ਇਟਸ ਕਰੈਕਟਰਿਸਟਿਕ ਇਹਦੇ ਦੱਸਣੀਆਂ ਨੇ, ਅਤੇ ਰਾਈਟ ਡਾਊਨ ਦਾ ਲਿਸਟ ਆਫ ਸਰਵਿਸ ਪ੍ਰੋਵਾਈਡਡ ਬਾਏ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ। ਹਾਂਜੀ, ਆਧਾਰ ਕਾਰਡ ਕੀ ਹੈ ਤੁਸੀਂ ਦੇਖ ਸਕਦੇ ਹੋ। ਆਧਾਰ ਕਾਰਡ ਜਿਹੜੇ ਵਿੱਚ 12 ਡਿਜਿਟ ਹੁੰਦੇ ਨੇ, ਅਤੇ ਯੂਨੀਕ ਆਈਡੈਂਟੀਟੀ ਕਾਰਡ 'ਚ ਨੰਬਰ ਜਿਹੜੇ ਜਾਰੀ ਕਰਿਆ ਜਾਂਦਾ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਅਤੇ ਇਹ ਦੋ ਲੋਕਾਂ ਨੂੰ ਨਹੀਂ ਦਿੱਤਾ ਜਾ ਸਕਦਾ, ਸਿਰਫ ਇੱਕ ਨੂੰ ਹੀ ਮਿਲਦਾ, ਜਾਣ ਕਰਕੇ ਇਹ ਜਿਹੜੇ ਕਿ ਆਈਡੈਂਟੀਟੀ ਇਹਦੀ ਇਹ। ਅਤੇ ਫੀਚਰਸ ਇਹਦੇ ਯੂਨੀਕ ਆਈਡੈਂਟੀਫਿਕੇਸ਼ਨ, ਇਹਦੇ ਵਿੱਚ ਪ੍ਰੂਫ ਆਫ ਰੈਜ਼ੀਡੈਂਟ ਆ, ਨੋ ਐਕਸਪਾਇਰੀ ਇਸ਼ੂ ਹੈ, ਪ੍ਰੂਫ ਆਫ ਆਈਡੈਂਟੀਟੀ ਆ, ਔਨਲਾਈਨ ਜਿਹੜੇ ਕਿ ਇਹਦੇ 'ਚ ਸਾਰੀ ਆਪਾਂ ਨੂੰ ਔਨਲਾਈਨ ਆਪਾਂ ਕੁਛ ਵੀ ਕਰ ਸਕਦੇ ਇਹਦੇ ਨਾਲ, ਠੀਕ ਹੈ। ਅਤੇ ਯੂਜ਼ਸ ਆਫ ਆਧਾਰ ਕਾਰਡ ਕੀ ਓਪਨ ਕਰਨ ਦੇ ਲਈ ਯੂਜ਼ ਹੁੰਦਾ ਆਧਾਰ ਕਾਰਡ, ਇਹ ਵੀ ਯੂਜ਼ਸ ਵੀ ਪੜ੍ਹ ਲੈਣਾ ਇਹਦੀ ਇੱਕ ਵਾਰ। ਅਤੇ ਅੱਗੇ ਹੈ ਸੁਵਿਧਾ ਕੇਂਦਰ ਵਾਲਾ। ਹਾਂਜੀ, ਸੇਵਾ ਅਤੇ ਸੁਵਿਧਾ ਕੇਂਦਰ ਕੀ ਪ੍ਰੋਵਾਈਡ ਕਰਵਾ ਰਹੇ ਨੇ, ਤਾਂ ਇਹਦੇ ਵਿੱਚੋਂ ਜਿਹੜੇ ਕਿ ਔਨਲਾਈਨ ਜਿਹੜੇ ਇਹ ਸਰਵਿਸ ਸੁਵਿਧਾ ਕੇਂਦਰ ਦੇ ਵਿੱਚ ਆਪਾਂ ਸਰਟੀਫਿਕੇਟ ਕਰਵਾ ਸਕਦੇ ਹਾਂ, ਕਾਸਟ, ਬਰਥ, ਡੈਥ, ਰੈਜ਼ੀਡੈਂਟ ਸਰਟੀਫਿਕੇਟ, ਆਧਾਰ ਕਾਰਡ, ਠੀਕ ਹੈ, ਔਨਲਾਈਨ ਅਪਲਾਈ ਕਰ ਸਕਦੇ ਹਾਂ, ਪੈਨ ਕਾਰਡ ਅਪਲਾਈ ਕਰ ਸਕਦੇ ਹਾਂ, ਅਤੇ ਹੋਰ ਕੋਈ ਵਹੀਕਲਸ ਦੇ ਜਿਹੜੇ ਕਿ ਕੋਈ ਵੀ ਪ੍ਰੋਵਾਈਡ ਕਰਵਾ ਸਕਦੇ ਹਾਂ ਔਨਲਾਈਨ, ਡਰਾਈਵਿੰਗ ਲਾਇਸੈਂਸ ਵਗੈਰਾ ਇਹ ਸਾਰਾ ਕੁਛ। ਥੈਂਕਸ।